ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਇੱਕ ਇਨਸਾਨ ਆਪਣੀ ਸਾਹਾਂ ਦੀ ਆਖਰੀ ਜੰਗ ਲੜ ਰਿਹਾ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਅੰਤ ਕਰੀਬ ਹੈ। ਉਸ ਇਨਸਾਨ ਦਾ ਨਾਮ ਰਘੂ ਸੀ। ਉਸਨੇ ਆਪਣੇ ਪੁੱਤਰ ਨਾਹਰ ਨੂੰ ਆਵਾਜ਼ ਮਾਰੀ। ਕਹਿੰਦਾ, ਪੁੱਤਰ, ਮੈਂ ਅੱਜ ਤੈਨੂੰ ਇੱਕ ਵੱਡੀ ਗੱਲ ਦੱਸਣੀ ਹੈ। ਤੂੰ ਮੇਰੇ ਕੋਲ ਬੈਠ ਜਾ। ਪਹਿਲਾਂ ਤਾਂ ਮੈਂ ਤੈਨੂੰ ਇਹ ਦੱਸ ਦਿਆਂ ਕਿ ਮੇਰੇ ਕੋਲ ਸਮਾਂ ਥੋੜ੍ਹਾ ਹੈ। ਮੈਨੂੰ ਬੁਲਾਵਾ ਆ ਗਿਆ ਹੈ, ਮੈਨੂੰ ਪਰਮਾਤਮਾ ਨੇ ਬੁਲਾ ਲਿਆ ਹੈ। ਉਸ ਦੇ ਪੁੱਤਰ ਨਾਹਰ ਨੇ ਅੱਖਾਂ ਭਰ ਲਈਆਂ। ਫਿਰ ਅਗਲੀ ਗੱਲ ਰਘੂ ਉਸ ਨੂੰ ਦੱਸਦਾ ਹੈ ਕਿ ਪੁੱਤਰ, ਮੈਂ ਤੈਨੂੰ ਬਹੁਤ ਮੁਸ਼ਕਲਾਂ ਦੇ ਨਾਲ ਪਾਲਿਆ। ਮੇਰੇ ਕੋਲੇ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹੁੰਦੇ ਸਨ। ਕਾਰੋਬਾਰ ਉਦੋਂ ਮੰਦੇ ਚੱਲਦੇ ਸਨ। ਇਸ ਕਰਕੇ ਮੈਂ ਹਫ਼ਤੇ ਦੇ ਵਿੱਚ 1 ਜਾਂ 2 ਚੋਰੀਆਂ ਕਰ ਲੈਂਦਾ ਸਾਂ। ਮੈਂ 2 ਚੋਰੀਆਂ ਘੱਟੋ ਘੱਟ ਕਰ ਹੀ ਲੈਂਦਾ ਸਾਂ, ਤਾਂ ਹੀ ਮੈਂ ਆਪਣਾ ਜਿਹੜਾ ਗੁਜ਼ਰ ਬਸਰ ਹੈ ਉਹ ਚਲਾਇਆ ਹੈ। ਨਾਹਰ ਨੇ ਆਪਣੇ ਪਿਓ ਦੇ ਮੂੰਹ ਦੇ ਅੱਗੇ ਹੱਥ ਰੱਖ ਦਿੱਤਾ। ਕਹਿੰਦਾ, ਪਿਤਾ ਜੀ, ਮੈਨੂੰ ਪਤਾ ਤੁਸੀਂ ਝੂਠ ਬੋਲ ਰਹੇ ਹੋ। ਤਾਂ ਰਘੂ ਕਹਿੰਦਾ, ਨਹੀਂ ਪੁੱਤਰ, ਇਹ ਸੱਚ ਹੈ। ਮੇਰੇ ਮਨ ਤੇ ਇੱਕ ਵੱਡਾ ਬੋਝ ਸੀ। ਅੱਜ ਮੈਂ ਤੈਨੂੰ ਦੱਸ ਕੇ ਜਾ ਰਿਹਾ, ਪਰ ਮੈਂ ਤੈਨੂੰ ਨਾਲ ਦੀ ਨਾਲ ਇੱਕ ਹੋਰ ਮੰਤਰ ਵੀ ਦੇ ਕੇ ਜਾ ਰਿਹਾ ਕਿ 2 ਨਹੀਂ 4। ਹਜੇ ਗੱਲ ਪੂਰੀ ਹੀ ਕਰ ਰਿਹਾ ਸੀ ਤੇ ਰਘੂ ਇਹਨੇ ਨੂੰ ਅੱਖਾਂ ਮੀਟ ਗਿਆ। ਉਹ ਜਹਾਨ ਤੋਂ ਰੁਖਸਤ ਹੋ ਗਿਆ। ਉਸ ਦਾ ਮੰਤਰ ਅੱਧ ਵਿਚਕਾਰ ਰਹਿ ਗਿਆ। ਨਾਹਰ ਬਹੁਤ ਰੋਇਆ। ਉਸ ਦੇ ਪਰਿਵਾਰ ਤੇ ਇਸ ਵੇਲੇ ਅੰਤਾਂ ਦੀ ਗਰੀਬੀ ਸੀ। ਆਂਢ ਗੁਆਂਢ ਵਾਲਿਆਂ ਨੇ, ਮੁਹੱਲੇ ਵਾਲਿਆਂ ਨੇ ਉਸ ਦੇ ਪਿਓ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। 2-4 ਦਿਨ ਉਸ ਨੂੰ ਰੋਟੀ ਵੀ ਪੁੱਛਦੇ ਰਹੇ ਤੇ ਫਿਰ ਨਾਹਰ ਤੇ ਉਹ ਦਿਨ ਆ ਗਏ ਜਿਹੜੇ ਉਸਨੇ ਕਦੀ ਚਿਤਵੇ ਵੀ ਨਹੀਂ ਸਨ। ਉਸ ਨੂੰ ਰੋਟੀ ਪੁੱਛਣ ਵਾਲਾ ਵੀ ਕੋਈ ਨਹੀਂ ਸੀ। ਇੱਕ ਦਿਨ ਉਸ ਨੂੰ ਕੋਈ ਸੱਜਣ ਲੰਘਦਾ ਟੱਪਦਾ ਕੁਛ ਸੇਬ ਦੇ ਗਿਆ। ਉਹ ਸੇਬ ਖਾਣ ਹੀ ਲੱਗਿਆ ਸੀ ਕਿ ਅਚਾਨਕ ਉਸ ਦੇ ਦਰਵਾਜ਼ੇ ਤੇ ਦਸਤਕ ਹੋਈ ਕਿ ਭਾਈ ਕੋਈ ਘਰੇ ਹੀ ਹੈ। ਨਾਹਰ ਨੇ ਸੇਬ ਉੱਥੇ ਰੱਖ ਦਿੱਤੇ ਤੇ ਜਾ ਕੇ ਬਾਹਰ ਵਾਲਾ ਮੁੱਖ ਦਰਵਾਜ਼ਾ ਖੋਲ੍ਹਿਆ। ਦਰਵਾਜ਼ੇ ਦੇ ਬਾਹਰ ਇੱਕ ਭਗਵੇ ਕੱਪੜੇ ਪਾ ਕੇ ਇੱਕ ਬੜਾ ਸਿਆਣਾ ਜਿਹਾ ਸਾਧੂ ਸੰਤ ਫਕੀਰ ਖੜਾ ਸੀ। ਫਕੀਰ ਨੇ ਪੁੱਛਿਆ ਕਿ ਭਾਈ ਘਰੇ ਕੁਛ ਖਾਣ ਲਈ ਹੈ? ਤਾਂ ਨਾਹਰ ਨੇ ਉਸ ਨੂੰ ਜਵਾਬ ਨਹੀਂ ਦਿੱਤਾ, ਮੋੜਿਆ ਨਹੀਂ, ਕਹਿੰਦਾ ਹਾਂਜੀ ਹੈ। ਜਿਹੜੇ ਸੇਬ ਨੂੰ ਕੋਈ ਦੇ ਕੇ ਗਿਆ ਸੀ, ਸ਼ਦੀਦ ਭੁੱਖ ਦੇ ਵਿੱਚ ਉਸਨੇ ਆਪ ਨਹੀਂ ਖਾਧੇ, ਉਹਨਾਂ ਦੇ ਅੱਗੇ ਪੇਸ਼ ਕਰ ਦਿੱਤੇ, ਉਸ ਸਾਧ ਦੇ ਅੱਗੇ, ਉਸ ਫਕੀਰ ਦੇ ਅੱਗੇ। ਤੇ ਫਕੀਰ ਦੇਖਦਿਆਂ ਹੀ ਦੇਖਦਿਆਂ ਸਾਰੇ ਸੇਬ ਖਾ ਗਿਆ। ਸੇਬ ਖਾ ਕੇ ਕਹਿੰਦਾ ਕਿ ਬੇਟਾ, ਮੈਂ ਤੇਰੀ ਸੇਵਾ ਤੋਂ ਪ੍ਰਸੰਨ ਹੋਇਆ। ਮੰਗ, ਕੀ ਮੰਗਦਾ? ਜੋ ਮੰਗੇਗਾ ਮੈਂ ਤੈਨੂੰ ਦੇ ਦਿਆਂਗਾ। ਹੁਣ ਉਹ ਬੱਚਾ ਸੀ, ਉਸਨੂੰ ਇੰਨੀ ਸਮਝ ਨਹੀਂ ਸੀ। 18-20 ਸਾਲ ਦਾ ਇੱਕ ਬੱਚਾ ਜਿਹਦੇ ਉੱਤੋਂ ਹੁਣੇ ਪਿਓ ਦਾ ਸਾਇਆ ਉੱਠਿਆ ਹੋਵੇ, ਉਹਨੂੰ ਕਿੱਥੇ ਸਮਝ ਹੁੰਦੀ ਹੈ। ਉਸਨੇ ਸਾਧੂ ਦੀ ਵੇਸ਼ਭੂਸ਼ਾ ਚੰਗੀ ਤਰ੍ਹਾਂ ਦੇਖੀ ਤੇ ਦੇਖ ਕੇ ਕਹਿੰਦਾ ਕਿ ਸਾਧੂ ਜੀ, ਇਸ ਤਰ੍ਹਾਂ ਕਰੋ ਕਿ ਮੈਨੂੰ ਇੱਕ ਮਾਲਾ ਦੇ ਦਿਓ। ਸਾਧੂ ਨੇ ਇੱਕ ਮਾਲਾ ਦੇ ਦਿੱਤੀ ਤੇ ਨਾਲੇ ਕਹਿਤਾ, ਪੁੱਤਰ, ਤੂੰ ਬਹੁਤ ਛੋਟੀ ਮੰਗ ਰੱਖੀ ਹੈ, ਕੁਛ ਹੋਰ ਮੰਗ ਲੈ। ਕਹਿੰਦਾ, ਜੀ ਜੇ ਇਹ ਗੱਲ ਹੈ ਤਾਂ ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਹੱਥ ਵਿੱਚ ਪਕੜਿਆ ਹੋਇਆ ਕਮੰਡਲ ਵੀ ਮੈਨੂੰ ਦੇ ਦਿਓ। ਉਸ ਸਾਧ ਨੇ ਕਮੰਡਲ ਵੀ ਉਸ ਦੇ ਅੱਗੇ ਦੇ ਦਿੱਤਾ ਤੇ ਕਿਹਾ, ਇਹ ਵੀ ਮੰਗ ਤੂੰ ਪੁੱਤਰ ਬਹੁਤ ਛੋਟੀ ਰੱਖੀ ਹੈ। ਕਹਿੰਦਾ, ਇਸ ਤਰ੍ਹਾਂ ਕਰੋ ਕਿ ਜਿਹੜੇ ਤੁਸੀਂ ਕੱਪੜੇ ਪਹਿਨੇ ਹੋਏ ਨੇ, ਇਹਨਾਂ ਕੱਪੜਿਆਂ ਦੇ ਨਾਲ ਦੇ ਜੇ ਤੁਹਾਡੇ ਕੋਲ ਕੱਪੜੇ ਹਨ, ਉਹ ਵੀ ਮੈਨੂੰ ਦੇ ਦਿਓ। ਉਸਨੇ ਉਹ ਵੀ ਦੇ ਦਿੱਤੇ ਤੇ ਨਾਲ ਦੀ ਨਾਲ ਕਿਹਾ ਕਿ ਦੇਖ ਭਾਈ, ਮੈਂ ਸਮਝ ਗਿਆ, ਤੂੰ ਦਿਲ ਦਾ ਬਹੁਤ ਸਾਫ਼ ਬੱਚਾ ਹੈ। ਮੈਂ ਤੈਨੂੰ ਕੁਝ ਗੱਲਾਂ ਦੱਸਦਾ। ਅੱਜ ਤੋਂ ਬਾਅਦ ਤੂੰ ਕਦੇ ਵੀ ਨਾਰਾਜ਼ ਨਹੀਂ ਰਹੇਂਗਾ। ਹਮੇਸ਼ਾ ਤੈਨੂੰ ਖੁਸ਼ੀ ਮਿਲੇਗੀ ਤੇ ਲੋਕਾਂ ਦੇ ਵਿੱਚ ਖੁਸ਼ੀਆਂ ਵੰਡਦਾ ਫਿਰੇਂਗਾ। ਤੂੰ ਆਪਣੇ ਸੱਚੇ ਮਨ ਦੇ ਨਾਲ ਜਿਹੜੀ ਕਾਮਨਾ ਕਰਿਆ ਕਰੇਂਗਾ, ਉਹ ਪੂਰੀ ਹੋ ਜਾਇਆ ਕਰੂਗੀ। ਕਦੇ ਸੰਤਾਂ ਦੀ ਯਾਦ ਆਵੇ ਤੇ ਸੰਤਾਂ ਨੂੰ ਦੁਬਾਰਾ ਬੁਲਾ ਲਵੀਂ, ਅਸੀਂ ਆਪੇ ਪਹੁੰਚ ਜਾਵਾਂਗੇ। ਇੰਨੀ ਕਹਿ ਕੇ ਗੱਲ ਉਹਨਾਂ ਨੇ ਤੇ ਨਾਹਰ ਦੇ ਸਿਰ ਦੇ ਉੱਪਰ ਪਿਆਰ ਸੰਗ ਹੱਥ ਫੇਰਿਆ ਤੇ ਉਹ ਚਲੇ ਗਏ। ਨਾਹਰ ਅਗਲੇ ਦਿਨ ਨਹਾ ਧੋ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਹੈ। ਉਹ ਸਾਰੇ ਕੱਪੜੇ ਪਾ ਕੇ ਤੇ ਗਲੀ ਗਵਾਂਢ ਦੇ ਵਿੱਚੋਂ ਹੁੰਦਾ ਹੋਇਆ ਨਾਲ ਦੇ ਨਗਰ ਵੱਲ ਨੂੰ ਚਲਿਆ ਜਾਂਦਾ ਹੈ। ਭਗਵਾਂ ਚੋਲਾ, ਗਲ ਵਿੱਚ ਮਾਲਾ ਤੇ ਹੱਥ ਦੇ ਵਿੱਚ ਕਮੰਡਲ। ਉੱਥੇ ਇੱਕ ਮੱਝਾਂ ਗਾਵਾਂ ਦਾ ਵਪਾਰੀ ਉਸ ਨੂੰ ਦੇਖਦਾ ਹੈ। ਕਹਿੰਦਾ ਹੈ, ਪੰਡਿਤ ਜੀ, ਕਿੱਥੇ ਜਾ ਰਹੇ ਹੋ? ਸੰਤ ਜੀ, ਮੇਰੀ ਗੱਲ ਸੁਣੋ। ਨਾਹਰ ਉੱਥੇ ਰੁਕ ਗਿਆ। ਉਸ ਨੂੰ ਇਸ ਤਰ੍ਹਾਂ ਲੱਗਾ ਕਿ ਉਸ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਨੇ ਅਦਬ ਦੇ ਨਾਲ ਆਵਾਜ਼ ਮਾਰੀ ਹੋਵੇ। ਕਹਿੰਦਾ, ਦੱਸੋ ਜੀ, ਕੀ ਸੇਵਾ ਕਰ ਸਕਦਾ? ਵਪਾਰੀ ਕਹਿੰਦਾ ਕਿ ਮੈਂ ਪੰਡਿਤ ਜੀ ਮੱਝਾਂ ਗਾਵਾਂ ਦਾ ਇੱਕ ਸੌਦਾ ਕਰਨ ਜਾ ਰਿਹਾ। ਸਾਹਮਣੇ ਮੇਰਾ ਘਰ ਹੈ, ਅਜੇ ਮੈਂ ਨਿਕਲਿਆ ਹੀ ਹਾਂ। ਮੈਨੂੰ ਬਹੁਤ ਵਧੀਆ ਲੱਗਿਆ ਕਿ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੱਥੇ ਲੱਗਿਆ ਹਾਂ। ਤੁਸੀਂ ਮੈਨੂੰ ਕੋਈ ਐਸਾ ਮੰਤਰ ਦੱਸੋ ਕਿ ਮੈਂ ਫਾਇਦੇ ਦਾ ਸੌਦਾ ਕਰ ਸਕਾਂ। ਤਾਂ ਨਾਹਰ ਨੂੰ ਇੱਕੋ ਮੰਤਰ ਪਤਾ ਸੀ ਜਿਹੜਾ ਉਸਦੇ ਪਿਓ ਨੇ ਦਿੱਤਾ ਸੀ। ਨਾਹਰ ਚੁੱਪ ਰਿਹਾ। ਕਹਿੰਦਾ, ਜੀ ਕਿੰਨੀਆਂ ਮੱਝਾਂ ਦਾ ਸੌਦਾ ਕਰਨ ਚੱਲੇ ਹੋ? ਤਾਂ ਕਹਿੰਦਾ, ਜੀ 2 ਮੱਝਾਂ ਦਾ। ਕਹਿੰਦਾ, 2 ਨਹੀਂ 4। ਵਪਾਰੀ ਕਹਿੰਦਾ ਕਿ ਮੇਰੇ ਕੋਲ ਦੋਹਾਂ ਦੇ ਪੈਸੇ ਨੇ। ਨਾਹਰ ਕਹਿੰਦਾ, ਨਹੀਂ 2 ਨਹੀਂ 4। ਵਪਾਰੀ ਨੂੰ ਲੱਗਿਆ ਕਿ ਇਹ ਪਹੁੰਚਿਆ ਹੋਇਆ ਸਾਧੂ ਹੈ ਜਿਹੜਾ ਬਹੁਤ ਥੋੜ੍ਹੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ। ਉਹ ਸਾਧੂ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਪਰਤ ਗਿਆ ਤੇ ਆਪਣੀ ਘਰਵਾਲੀ ਨੂੰ ਕਹਿੰਦਾ
ਕਿ ਇਹ ਸਾਧ ਜੀ ਨੇ, ਇਹਨਾਂ ਦੀ ਸੇਵਾ ਕਰੋ, ਮੈਂ ਸੌਦਾ ਕਰ ਆਵਾਂ, ਆ ਕੇ ਇਹਨਾਂ ਨੂੰ ਦਕਸ਼ਨਾ ਦੇਣਾ ਹਾਂ। ਸਾਰਾ ਦਿਨ ਉਸਨੇ ਸੇਵਾ ਕਰਵਾਈ ਤੇ ਉਧਰ ਉਹ ਵਪਾਰੀ ਜਦੋਂ ਵਾਪਸ ਆਇਆ, ਬਹੁਤ ਖੁਸ਼ੀ ਦੇ ਵਿੱਚ ਵਾਪਸ ਆਇਆ। ਉਸਨੇ ਸੱਚਮੁੱਚ 2 ਮੱਝਾਂ ਦੇ ਮੁੱਲ ਵਿੱਚ 4 ਮੱਝਾਂ ਦਾ ਸੌਦਾ ਕਰ ਲਿਆ। ਬਹੁਤ ਚੋਖਾ ਮੁਨਾਫਾ ਹੋਇਆ ਸੀ। ਉਸਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਨਾਹਰ ਨੂੰ 100 ਰੁਪਈਆ ਦਕਸ਼ਨਾ ਦੇ ਵਿੱਚ ਦਿੱਤਾ। ਦਕਸ਼ਨਾ ਲੈ ਕੇ ਉਹ ਆਪਣੇ ਘਰ ਚਲਿਆ ਗਿਆ। ਬਹੁਤ ਖੂਬ ਸੇਵਾ ਹੋਈ ਸੀ। ਬਹੁਤ ਚੋਖਾ ਅੱਜ ਲੰਮੇ ਸਮੇਂ ਬਾਅਦ ਉਸਨੂੰ ਖਾਣ ਲਈ ਮਿਲਿਆ ਸੀ। ਅਗਲੇ ਦਿਨ ਉਹ ਕਿਸੇ ਦੂਜੀ ਦਿਸ਼ਾ ਦੇ ਵੱਲ ਚਲਿਆ ਗਿਆ। ਜਾ ਹੀ ਰਿਹਾ ਸੀ ਕਿ ਕਿਸੇ ਵਪਾਰੀ ਨੇ ਉਸਨੂੰ ਆਵਾਜ਼ ਮਾਰ ਲਈ, ਪੰਡਿਤ ਜੀ, ਅੱਜ ਅਰਬ ਦੇਸ਼ ਦੇ ਵਪਾਰੀ ਆਪਣੇ ਲਾਗੇ ਆਏ ਨੇ, ਉਹਨਾਂ ਦੇ ਨਾਲ ਸਮਾਨ ਦੀ ਖਰੀਦੋ ਫਰੋਖਤ ਕਰਨੀ ਹੈ, ਕੋਈ ਗੁਣ ਦੱਸੋ। ਉਹ ਕਹਿੰਦੇ, ਕਿੰਨੇ ਕੁ ਦੀ ਖਰੀਦੋ ਫਰੋਖਤ ਕਰਨੀ ਹੈ? ਤਾਂ ਉੱਤਰ ਮਿਲਦਾ ਕਿ 2 ਲੱਖ ਮੋਹਰਾਂ ਦੀ। ਉਹਨਾਂ ਜ਼ਮਾਨਿਆਂ ਦੇ ਵਿੱਚ 2 ਲੱਖ ਮੋਹਰਾਂ ਕਿਸੇ ਧਨਾੜ ਸੇਠ ਕੋਲ ਹੀ ਹੁੰਦੀਆਂ ਸਨ, ਕਿਸੇ ਰਾਜੇ ਦੇ ਕੋਲ ਇੰਨਾ ਧਨ ਹੁੰਦਾ ਸੀ। ਤਾਂ ਅੱਗੋਂ ਉੱਤਰ ਦਿੰਦਾ ਹੈ ਨਾਹਰ, ਨਹੀਂ ਭਾਈ, 2 ਨਹੀਂ 4। ਉਹ ਕਹਿੰਦਾ, ਜੀ ਇਹ ਸੰਭਵ ਨਹੀਂ, ਮੇਰੇ ਕੋਲ ਤਾਂ ਇੰਨੀ ਪੂੰਜੀ ਨਹੀਂ। ਨਾਹਰ ਉੱਤਰ ਦਿੰਦਾ ਹੈ, ਪਰਮਾਤਮਾ ਆਪੇ ਤੈਨੂੰ ਦੇਵੇਗਾ, ਪਰ ਤੂੰ ਮੇਰੀ ਗੱਲ ਪੱਲੇ ਬੰਨ ਲੈ ਕੇ 2 ਨਹੀਂ 4। ਉਹ ਕਹਿੰਦਾ, ਠੀਕ ਹੈ। ਉਹ ਵੀ ਆਪਣੇ ਘਰੇ ਉਸ ਨੂੰ ਬਿਠਾ ਕੇ ਆਪਣੇ ਨੌਕਰਾਂ ਚਾਕਰਾਂ ਨੂੰ ਆਦੇਸ਼ ਦਿੰਦਾ ਹੈ ਕਿ ਇਹ ਮੇਰੇ ਖਾਸ ਮਹਿਮਾਨ ਨੇ, ਇਹਨਾਂ ਦੀ ਸੇਵਾ ਕਰੋ, ਮੈਂ ਸੌਦਾ ਕਰਕੇ ਆਉਣਾ। ਸ਼ਾਮ ਵੇਲੇ ਉਹ ਵੀ ਬਹੁਤ ਖੁਸ਼ ਆਏ। ਬਹੁਤ ਮੋਟੀ ਕਮਾਈ ਹੋਈ ਸੀ। ਇਸ ਕਰਕੇ ਨਾਹਰ ਨੂੰ ਇਸ ਵਾਰ ਗੁਰੂ ਦਕਸ਼ਨਾ ਬਹੁਤ ਵੱਡੀ ਮਿਲੀ। ਗੁਰੂ ਦਕਸ਼ਨਾ ਦੇ ਵਿੱਚ ਬਹੁਤ ਸਾਰੀਆਂ ਮੋਹਰਾਂ ਮਿਲੀਆਂ, ਇੱਕ ਰੱਥ ਮਿਲਿਆ, ਕੁਛ ਘੋੜੇ ਮਿਲੇ ਤੇ ਕੁਛ ਹਾਥੀ ਵੀ ਮਿਲ ਗਏ। ਨਾਹਰ ਨੂੰ ਸਮਝ ਨਹੀਂ ਸੀ ਆ ਰਹੀ ਕਿ ਇੰਨਾ ਕੁਛ ਸੰਭਾਲੇ ਕਿਵੇਂ। ਫਿਰ ਵੀ ਸਾਰਾ ਕੁਛ ਲੈ ਕੇ ਘਰ ਚਲਿਆ ਗਿਆ। ਇਸ ਵਪਾਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਤਾਂ ਤੁਹਾਨੂੰ ਨੌਕਰ ਚਾਕਰ ਵੀ ਦੇ ਦਿੰਦਾ। ਅਗਲੇ ਦਿਨ ਨਾਹਰ ਨੇ ਆਪਣਾ ਰੱਥ ਜੋੜਿਆ ਤੇ ਕਿਸੇ ਦੂਜੇ ਰਾਜ ਦੇ ਵੱਲ ਜਾ ਵੜੇ। ਉਸ ਰਾਜ ਵਿੱਚੋਂ ਲੰਘ ਰਿਹਾ ਸੀ ਨਾਹਰ ਕਿ ਅਚਾਨਕ ਕਿਸੇ ਨੇ ਰਾਜੇ ਨੂੰ ਖਬਰ ਕੀਤੀ ਕਿ ਇੱਕ ਸਾਧੂ ਬਾਬਾ ਬਹੁਤ ਮਹਿੰਗੇ ਰੱਥ ਤੇ ਜਾ ਰਿਹਾ ਹੈ, ਜ਼ਰੂਰ ਇਹ ਕੋਈ ਕਰਨੀ ਵਾਲਾ ਬਾਬਾ ਹੋਵੇਗਾ। ਹੁਣ ਰਾਜਾ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚੋਂ ਲੰਘ ਰਿਹਾ ਸੀ ਕਿ ਉਸ ਦੀ ਪੁੱਤਰੀ ਬਹੁਤ ਸ਼ਦੀਦ ਬਿਮਾਰ ਸੀ। ਰਾਜੇ ਨੇ ਤੁਰੰਤ ਆਪਣੇ ਸਿਪਾਹੀ ਭਜਵਾ ਕੇ ਉਸ ਰੱਥ ਨੂੰ ਆਪਦੇ ਦਰਬਾਰ ਵੱਲ ਮੋੜਨ ਦੀ ਬੇਨਤੀ ਕੀਤੀ। ਨਾਹਰ ਰੱਥ ਲੈ ਕੇ ਦਰਬਾਰ ਪਹੁੰਚਿਆ। ਚੰਗੀ ਆਓ ਭਗਤ ਕਰਨ ਤੋਂ ਬਾਅਦ ਰਾਜਾ ਉਹਨਾਂ ਨੂੰ ਜਾ ਕੇ ਮਿਲਿਆ। ਜਾ ਕੇ ਦੱਸਦਾ ਹੈ ਕਿ ਮੇਰੀ ਬੇਟੀ ਬਿਮਾਰ ਹੈ। ਨਾਹਰ ਨੇ ਕਿਹਾ ਕਿ ਮੈਂ ਤੁਹਾਡੀ ਬੇਟੀ ਨੂੰ ਦੇਖਣਾ ਚਾਹੁੰਦਾ ਹਾਂ, ਮਿਲਣਾ ਚਾਹੁੰਦਾ ਹਾਂ। ਉਸ ਦੇ ਕੋਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ। ਨਾਹਰ ਦੇ ਨਾਲ ਗੱਲਾਂ ਬਾਤਾਂ ਕਰਕੇ ਉਸ ਨੂੰ ਇੱਕ ਸਕੂਨ ਮਹਿਸੂਸ ਹੋਇਆ। ਉਸ ਬੇਟੀ ਦੀ ਉਮਰ ਵੀ 18-20 ਸਾਲ ਹੀ ਹੋਵੇਗੀ, ਪਰ ਉਹ ਬਿਲਕੁਲ ਦੁਬਲੀ ਪਤਲੀ ਸੀ, ਬਹੁਤ ਜ਼ਿਆਦਾ ਸ਼ਦੀਦ ਪਤਲੀ ਸੀ, ਇਸ ਤਰ੍ਹਾਂ ਕਿ ਇਸ ਦਾ ਕੋਈ ਵੀ ਸਾਹ ਅਖੀਰਲਾ ਸਾਹ ਹੋ ਸਕਦਾ, ਪਰ ਉਹ ਸੁੰਦਰ ਬਹੁਤ ਸੀ। ਰਾਜੇ ਨੇ ਦੱਸਿਆ ਕਿ ਆ ਮੇਰੀ ਸਮੱਸਿਆ ਹੈ। ਗੱਲਾਂ ਬਾਤਾਂ ਚੱਲ ਰਹੀਆਂ ਸਨ ਕਿ ਇੱਕ ਦਾਸੀ ਉੱਥੇ ਆਣ ਪਹੁੰਚੀ ਤੇ ਕਹਿੰਦੀ ਕਿ ਬੇਟੀ ਦੇ ਖਾਣ ਦਾ ਵਕਤ ਹੋ ਗਿਆ। ਰਾਜੇ ਨੇ ਕਿਹਾ ਕਿ ਬੇਟੀ ਦੇ ਨਾਲ ਸਾਧੂ ਜੀ ਦਾ ਖਾਣਾ ਵੀ ਇੱਥੇ ਲੈ ਆਓ। ਹੁਣ 2 ਥਾਲੀਆਂ ਦੇ ਵਿੱਚ ਪਕਵਾਨ ਆਏ। ਇੱਕ ਥਾਲੀ ਤਾਂ ਬਹੁਤ ਜ਼ਿਆਦਾ ਪਕਵਾਨਾਂ ਦੇ ਨਾਲ ਭਰੀ ਹੋਈ ਸੀ ਜੋ ਕਿ ਸਾਧੂ ਜੀ ਦੇ ਲਈ ਸੀ, ਤੇ ਦੂਜੀ ਥਾਲੀ ਦੇ ਵਿੱਚ ਇੱਕ ਦਾਲ ਦੀ ਛੋਟੀ ਜਿਹੀ ਕਟੋਰੀ ਤੇ ਮਹਿਜ 2 ਰੋਟੀਆਂ। ਨਾਹਰ ਨੇ ਉਸ ਦਾਸੀ ਤੋਂ ਪੁੱਛਿਆ ਕਿ ਭਾਈ ਸਿਰਫ 2 ਰੋਟੀਆਂ? ਕਹਿੰਦੇ ਜੀ ਇਹ ਸਾਡੀ ਬੇਟੀ ਨੂੰ, ਰਾਜਕੁਮਾਰੀ ਨੂੰ ਜ਼ਿਆਦਾ ਖਾਣਾ ਪਸੰਦ ਨਹੀਂ। ਤਾਂ ਇਸ ਵਾਰ ਸਖਤ ਲਹਿਜੇ ਦੇ ਵਿੱਚ ਨਾਹਰ ਨੇ ਕਿਹਾ ਕਿ 2 ਨਹੀਂ 4 ਰੋਟੀਆਂ ਲਿਆ ਕੇ ਰੱਖ ਦਿੱਤੀਆਂ ਗਈਆਂ ਤੇ ਉਹ ਰਾਜੇ ਦੀ ਬੇਟੀ ਨੇ ਖੁਸ਼ੀ-ਖੁਸ਼ੀ 4 ਰੋਟੀਆਂ ਖਾ ਲਈਆਂ। ਹੁਣ ਇਹ ਗੱਲ ਜਦੋਂ ਰਾਜੇ ਨੂੰ ਪਤਾ ਲੱਗੀ ਤੇ ਉਸ ਨੇ ਬੇਨਤੀ ਕੀਤੀ ਸਾਧ ਨੂੰ ਕਿ ਥੋੜੇ ਦਿਨ ਹੋਰ ਮੇਰੇ ਰਾਜ ਦਰਬਾਰ ਠਹਿਰੋ। ਫਿਰ ਇਸੇ ਤਰ੍ਹਾਂ ਹੋਣ ਲੱਗਿਆ। ਜਦੋਂ ਵੀ ਉਸ ਦੀ ਬਾਹਰ ਟਹਿਲਣ ਦਾ ਵੇਲਾ ਹੁੰਦਾ ਉਸ ਰਾਜੇ ਦੀ ਬੇਟੀ ਦੇ, ਤਾਂ ਨਾਹਰ ਵੀ ਉਸ ਦੇ ਨਾਲ ਹੁੰਦਾ। 2 ਚੱਕਰ ਮਾਰ ਕੇ ਜਦੋਂ ਬੈਠਣ ਲੱਗਦੀ ਤਾਂ ਨਾਹਰ ਨਾਮ ਦਾ ਉਹ ਸਾਧੂ, ਨਵਾਂ ਬਣਿਆ ਬਾਬਾ, ਇਹ ਕਿਆ ਕਰਦਾ ਕਿ ਭਾਈ 2 ਨਹੀਂ 4 ਗੇੜੇ। ਸੋ ਹਰੇਕ ਚੀਜ਼ 2 ਨਹੀਂ 4 ਵਾਰ ਹੋਣ ਲੱਗੀ। ਜਿੱਥੇ ਉਹਨੂੰ 2 ਵਾਰ ਖਾਣਾ ਮਿਲਦਾ ਸੀ, ਹੁਣ ਦਿਨ 'ਚ 4 ਵਾਰ ਖਾਣਾ ਮਿਲਦਾ। 2 ਰੋਟੀਆਂ ਦੀ ਥਾਂ ਤੇ 4 ਰੋਟੀਆਂ ਮਿਲਦੀਆਂ। 1 ਮਹੀਨੇ ਦੇ ਵਿੱਚ ਰਾਜੇ ਦੀ ਪੁੱਤਰੀ ਬਿਲਕੁਲ ਠੀਕ ਠਾਕ ਹੋ ਗਈ। ਰਾਜਾ ਇੰਨਾ ਕੁ ਪ੍ਰਸੰਨ ਹੋਇਆ ਕਿ ਉਸਨੇ ਉਸ ਪੁੱਤਰੀ ਦਾ ਵਿਆਹ ਇਸ ਨਾਹਰ ਨਾਮੀ ਨਵੇਂ ਬਣੇ ਬਾਬੇ ਦੇ ਨਾਲ ਕਰ ਦਿੱਤਾ ਤੇ ਉਸ ਨੂੰ ਪੱਕੇ ਤੌਰ ਤੇ ਰਾਜ ਜਮਾਈ ਬਣਾ ਕੇ ਘਰ ਰੱਖਣ ਦਾ ਫੈਸਲਾ ਕਰ ਲਿਆ। ਦੇਖਦੇ ਹੀ ਦੇਖਦਿਆਂ ਨਾਹਰ ਦੀ ਜ਼ਿੰਦਗੀ ਇੱਕਦਮ ਫਰਸ਼ਾਂ ਤੋਂ ਉਠਾ ਕੇ ਅਰਸ਼ਾਂ ਤੱਕ ਚਲੀ ਗਈ। ਤੇ ਇਹ ਸਾਰਾ ਕੁਝ ਹੋਇਆ ਕਿਵੇਂ? ਪਰਮਾਤਮਾ ਦੀ ਕਿਰਪਾ ਸੀ, ਉਸ ਅਸਲੀ ਸਾਧੂ ਦਾ ਵਰ ਸੀ, ਜਾਂ ਨਾਹਰ ਦਾ ਸੁਭਾਗ ਸੀ? ਇਹ ਤਾਂ ਸ਼ਾਇਦ ਕੋਈ ਜਾਣਦਾ ਜਾਂ ਨਹੀਂ ਜਾਣਦਾ, ਪਰ ਇਹ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਕਿ ਜਿਹੜਾ ਉਸਦੇ ਪਿਓ ਨੇ ਉਸ ਨੂੰ ਮੰਤਰ ਦੱਸਿਆ ਸੀ 2 ਨਹੀਂ 4, ਉਹ ਪੂਰਾ ਮੰਤਰ ਕੀ ਸੀ? ਅਸਲ ਵਿੱਚ ਉਹ ਪੂਰਾ ਮੰਤਰ ਇਹ ਕਹਿ ਰਿਹਾ ਸੀ ਕਿ ਪੁੱਤਰ 2 ਨਹੀਂ 4, 2 ਚੋਰੀਆਂ ਨਾਲ ਕੁਛ ਨਹੀਂ ਬਣਨਾ, ਤੂੰ 4 ਚੋਰੀਆਂ ਕਰਿਆ ਕਰ। ਸੋ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਇੱਕ ਇਨਸਾਨ ਨੂੰ ਕੁਛ ਦੱਸੇ ਜਾਂ ਦੇਵੇ,
ਉਹਦੇ ਨਾਲ ਉਹਦਾ ਕੁਝ ਨਹੀਂ ਬਣ ਸਕਦਾ। ਤੇ ਜਦੋਂ ਪ੍ਰਮਾਤਮਾ ਆਪ ਦੇਣ ਤੇ ਆਵੇ ਤਾਂ ਫਿਰ ਇੱਕ ਐਸੇ ਇਨਸਾਨ ਨੂੰ ਜੋ ਗਰੀਬੀ ਦੇ ਵਿੱਚ ਫਾਕੇ ਕੱਟ ਰਿਹਾ ਹੋਵੇ, ਉਸ ਨੂੰ ਰਾਜੇ ਦੇ ਬਰਾਬਰ ਦੇ ਅਹੁਦੇ ਤੇ ਬਿਠਾ ਸਕਦਾ ਹੈ। ਪਰ ਇਹਦੇ ਵਿੱਚ ਮੁੱਖ ਗੱਲ ਕੀ ਹੈ? ਮੁੱਖ ਗੱਲ ਇਹ ਹੈ ਕਿ ਮਨ ਦੇ ਵਿੱਚ ਮੈਲ ਨਾ ਹੋਵੇ, ਮਨ ਦੇ ਵਿੱਚ ਕਾਲਖ ਨਾ ਹੋਵੇ।